ਪਿਆਰੇ ਵਿਦਿਆਰਥੀਓ, ਇਸ ਵੀਡੀਓ ਰਾਹੀਂ ਅੱਜ ਆਪਾਂ ਕਰਮਜੀਤ ਸਿੰਘ ਕੁੱਸਾ ਦੇ ਨਾਵਲ ਰੋਹੀ ਬੀਆ ਬਾਨ ਦੇ ਕਾਂਡ 11 ਦਾ ਪਾਠ ਕਰਾਂਗੇ। ਮੈਂ ਉਮੀਦ ਕਰਦਾ ਹਾਂ ਕਿ ਪਹਿਲੇ 10 ਕਾਂਡਾਂ ਦਾ ਪਾਠ ਕਰਕੇ ਤੁਸੀਂ ਇਸ ਨਾਵਲ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੋਵੇਗਾ ਅਤੇ ਇਸ ਨਾਵਲ ਵਿੱਚ ਆਏ ਵਿਚਾਰਾਂ, ਪਾਤਰਾਂ, ਘਟਨਾਵਾਂ ਰਾਹੀਂ ਮਨੁੱਖੀ ਰਿਸ਼ਤਿਆਂ, ਮਨੁੱਖ ਦੀ ਮਾਨਸਿਕਤਾ, ਬੱਚਿਆਂ ਦੀ ਮਾਨਸਿਕਤਾ, ਸਕੂਲਾਂ ਦਾ ਸਿਸਟਮ ਅਤੇ ਖੇਤੀਬਾੜੀ, ਪਿੰਡਾਂ ਦੀ ਆਰਥਿਕਤਾ, ਪਿੰਡਾਂ ਵਿੱਚ ਰਿਸ਼ਤੇ ਆਦਿ ਸਾਰੇ ਮਸਲਿਆਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੋਵੇਗਾ। ਆਓ ਅੱਜ ਕਾਂਡ 11 ਦਾ ਪਾਠ ਕਰਦੇ ਹਾਂ। ਉਹੀ ਬੀਹੀ ਵਿਹੜਾ ਤੇ ਉਹੀ ਆਂਢ ਗੁਆਂਢ, ਉਧਰ ਚਲੇ ਜਾਣ ਨਾਲ ਗੋਰਾ ਪੜ੍ਹਾਈ ਵੱਲੋਂ ਘੇਸਲ ਹੀ ਮਾਰ ਗਿਆ। ਖੜ ਜਗਣ ਵਿੱਚ ਮਹਿੰਦਰੋ ਤੇ ਗਿੰਦਰ ਵੀ ਉਹਨੂੰ ਨਾ ਤਾੜ ਸਕੇ। ਉਹ ਐਸੀ ਲਿੱਚੀ ਮਾਰੀ, ਇਮਤਿਹਾਨ ਹੀ ਨਾ ਦਿੱਤਾ। ਇਸ ਤਰ੍ਹਾਂ ਗੋਰੇ ਦੀ ਪੜ੍ਹਾਈ ਵੱਲੋਂ ਰਾਮ ਸੱਤ ਹੋ ਗਈ। ਗਿੰਦਰ ਚਾਹੁੰਦਾ ਸੀ ਗੋਰਾ ਦੁਬਾਰਾ ਸਕੂਲ ਜਾਣ ਲੱਗ ਪਵੇ, ਪਰ ਗੋਰੇ ਲਈ ਹੁਣ ਵਕਤ ਬਹੁਤ ਅੱਗੇ ਨਿਕਲ ਗਿਆ ਸੀ। ਘਰ ਦੇ ਉਹਨੂੰ ਔਖੇ ਕੰਮ ਵਿੱਚ ਨਰੜੀ ਰੱਖਦੇ, ਪਰ ਗੋਰਾ ਔਖਿਆਈ ਦੇ ਬਾਵਜੂਦ ਭੋਰਾ ਨਾ ਜਮਕਦਾ। ਘੋਨੇ ਮਾਸਟਰ ਦੀ ਯਾਦ ਆਉਂਦਿਆਂ ਹੀ ਉਸ ਦਾ ਚਿੱਤ ਭੈੜਾ ਪੈ ਜਾਂਦਾ। ਐਤਕੀ ਹਾੜੀ ਵੱਢਣ ਵੇਲੇ ਗਿੰਦਰ ਨੇ ਉਹਨੂੰ ਕੰਮ ਦਾ ਚੰਗਾ ਰਗੜਾ ਚਾੜਿਆ। ਕਈ ਸਾਲ ਸਕੂਲ ਵਿੱਚ ਧੱਕੇ ਖਾਂਦਿਆਂ ਤੇ ਮਲਾਗਰ ਦੇ ਮੁੰਡੇ ਕੋਲ ਪੜ੍ਹਦਿਆਂ ਵੀ ਉਹਨੂੰ 60 ਤੋਂ ਅਗਾਂਹ ਲਿਖਣਾ ਨਹੀਂ ਆਇਆ ਸੀ। ਕਿਤਾਬ ਉਹ ਚੰਗੀ ਤਰ੍ਹਾਂ ਪੜ੍ਹ ਲੈਂਦਾ ਸੀ, ਪਰ ਹਿਸਾਬ 'ਚ ਉਹਦੇ ਕੱਖ ਪੱਲੇ ਨਹੀਂ ਸੀ ਪੈਂਦਾ। ਪਹਿਲਾਂ ਪਹਿਲ ਤਾਂ ਉਹਨੇ ਖੁਦ ਵੀ ਜ਼ੋਰ ਲਾਇਆ, ਪਰ ਜਮਾਤ ਨਾਲੋਂ ਪਿੱਛੇ ਰਹਿ ਜਾਣ ਤੇ ਉਸ ਦਾ ਮਨ ਵੀ ਕੰਨੀ ਕਤਰਾਉਣ ਲੱਗ ਪਿਆ। ਸਕੂਲੋਂ ਆ ਕੇ ਪੜ੍ਹਾਈ ਕਰਨ ਨਾਲੋਂ ਉਹਨੂੰ ਕੰਮ ਬਹੁਤਾ ਕਰਨਾ ਪੈਂਦਾ ਸੀ ਤੇ ਰਾਤ ਨੂੰ ਉਹਦਾ ਥੱਕਿਆ ਹੰਭਿਆ ਸਰੀਰ ਕਿਤਾਬ ਨੂੰ ਦੇਖ ਕੇ ਧੁੜਤੁੜੀਆਂ ਲੈਂਦਾ। ਉਹਦੇ ਸੰਗੀ ਸਾਰਜੈਂਟ ਮਿੰਟੂ, ਥੰਮਣ ਦਾ ਪੋਤਾ, ਟਾਹਲੀਆਂ ਵਾਲੇ ਸਾਧੂ ਦਾ ਮੁੰਡਾ 6ਵੀਂ 'ਚ ਹੋ ਗਏ ਸਨ। ਚੋਚਾ ਵੀ ਉਹਦੇ ਨਾਲੋਂ ਹੀ ਪੜ੍ਹਨੋਂ ਹਟ ਗਿਆ ਸੀ ਤੇ ਪੱਠੇ ਖੋਦ ਕੇ ਲਿਆਉਂਦਾ ਸੀ। ਸਾਰਜੈਂਟ ਉਹਨੂੰ ਦੱਸਦਾ ਹੁੰਦਾ ਸੀ ਕਿ ਟਾਹਲੀ ਵਾਲੇ ਸਾਧੂ ਦਾ ਮੁੰਡਾ ਤੇ ਥੰਮਣ ਦਾ ਪੋਤਾ ਵੀ ਪੜ੍ਹਾਈ 'ਚ ਫਾਡੀ ਹੀ ਹਨ। ਮਿੰਟੂ ਵੀ ਪੜ੍ਹਨ 'ਚ ਚੰਗਾ ਨਹੀਂ ਸੀ। ਉਹਨੂੰ ਉਹਦੇ ਘਰਦਿਆਂ ਨੇ ਨਾਨਕੀ ਛੱਡ ਦਿੱਤਾ ਸੀ। ਪਰ ਗੋਰਾ ਇੱਧਰ ਹਾੜੀ ਵੱਢਦਾ। ਜਦੋਂ ਆਥਣੇ ਕਿਆਰੇ 'ਚ ਖੜਾ ਹੁੰਦਾ ਤਾਂ ਉਸ ਦਾ ਲੱਕ ਸਿੱਧਾ ਨਾ ਹੁੰਦਾ। ਮੌਰ ਵੀ ਇਉਂ ਅੰਬੇ ਪਏ ਹੁੰਦੇ ਜਿਵੇਂ ਸਾਰੀ ਦਿਹਾੜੀ ਮੋਢਿਆਂ ਤੇ ਭਾਰ ਢੋਂਦਾ ਰਿਹਾ ਹੋਵੇ। ਸਾਰੀ ਕਣਕ ਉਹਨੇ ਪਿੰਡ ਵਾਲੀ ਮਸ਼ੀਨ ਤੇ ਲੱਗੀ ਵੱਡੀ ਡਰਮੀ ਕੋਲ ਢੋਹਾਈ, ਫੇਰ 3 ਰਾਤਾਂ 'ਚ ਕੁਤਰਾਈ। ਭਾਵੇਂ ਨਾਲ ਇੱਕ ਦਿਹਾੜੀਆ ਵੀ ਸੀ, ਪਰ ਉਹਨੂੰ ਭਵੀਰੀ ਬਣਾਈ ਰੱਖਦਾ। ਸਾਰੀ ਤੂੜੀ ਉਹਨਾਂ ਸਿਰਾਂ ਉੱਤੇ ਘਰ ਸੁੱਟੀ, ਪਰ ਫੇਰ ਵੀ ਉਹ ਯਮਕਿਆ ਨਹੀਂ। ਕਣਕ ਕੱਢਦਿਆਂ ਸਾਰ ਹੀ ਗਿੰਦਰ ਨੇ ਰੂੜੀ ਖੇਤ ਪਾਉਣੀ ਸ਼ੁਰੂ ਕਰ ਦਿੱਤੀ। ਜੇਠ ਦਾ ਮਾਰੂ ਮਹੀਨਾ, ਸੂਰਜ 10 ਵਜੇ ਨੂੰ ਬਰਿਆਮ ਲੋਹਾਰ ਦੀ ਆਇਰਨ ਵਾਂਗ ਲਾਲ ਹੋ ਜਾਂਦਾ। ਮੁੜਕਾ ਨੱਕ ਤੋਂ ਹੁੰਦਾ ਹੋਇਆ ਖਾਰਾ ਮੂੰਹ ਵਿੱਚ ਆ ਪੈਂਦਾ, ਪਰ ਗੋਰਾ ਟੋਕਰੀਆਂ ਭਰ ਕੇ ਗੱਡੇ ਵਿੱਚ ਸੁੱਟੀ ਜਾਂਦਾ। ਗਿੰਦਰ ਕਹੀ ਨਾਲ ਟੋਕਰੇ ਇੱਕੋ ਸਾਹ ਭਰੀ ਜਾਂਦਾ। ਜਦ ਕਦੇ ਹੰਭ ਜਾਂਦਾ ਤਾਂ ਆਪਣੇ ਬਾਪੂ ਨੂੰ ਚੁਕਾਉਣ ਲੱਗ ਪੈਂਦਾ। ਮੁੜਕੇ ਨਾਲ ਭਿੱਜਿਆ ਝੱਗਾ ਜਦੋਂ ਸਰੀਰ ਨਾਲ ਚਿਮਟਦਾ ਤਾਂ ਸੂਰਜ ਦੀ ਬੰਦੇ ਮਚਾਊ ਧੁੱਪ ਨਾਲ ਪਿੰਡਾ ਸੜਨ ਲੱਗ ਪੈਂਦਾ। ਗੋਰਾ ਮੋਢਿਆਂ ਉੱਤੋਂ ਦੋਹਾਂ ਹੱਥਾਂ ਨਾਲ ਕਮੀਜ਼ ਉਗਾਸ ਕੇ ਵਾਹ ਲਵਾਉਂਦਾ। ਗਿੰਦਰ ਉਦੋਂ ਹੀ ਖਿੱਚਵੀਂ ਗੱਲ ਪਟਾਕ ਦੇਣੇ ਆਖਦਾ, ਆ ਜਾ ਮੱਲਾ, ਆ ਜਾ ਕੇਰਾਂ, ਹੁਣ ਐ ਕਸਮੇੜੇ ਜੇ ਨਾ ਲੈ, ਉੱਤੋਂ ਦਿਨ ਚੜ੍ਹਦਾ ਕਿ ਛਿਪਦਾ। ਗੋਰੇ ਦਾ ਚਿੱਤ ਪਹਿਲਾਂ ਹੀ ਅੱਕ ਕੇ ਕਚੂਚ ਹੋਇਆ ਹੁੰਦਾ, ਪਰ ਮੂੰਹੋਂ ਕੁਝ ਨਾ ਬੋਲਦਾ। ਉਸੇ ਤਰ੍ਹਾਂ ਕਸੇ ਜਿਹੇ ਚਿਹਰੇ ਨਾਲ ਟੋਕਰੀਆਂ ਗੱਡੇ ਵਿੱਚ ਸੁੱਟਣ ਲੱਗ ਪੈਂਦਾ। ਪਰ ਗਿੰਦਰ ਉਹਦੇ ਵੱਲ ਟੇਢੀ ਅੱਖ ਵੇਂਦਾ ਫੇਰ ਤੁੜਕਦਾ। ਹੁਣ ਹੈ ਧੁੜਤੁੜੀਆਂ ਜਿਹੀਆਂ ਲੈਣਾ ਨਾ, ਇਹ ਰੋਡੂ ਸਾਧ ਨੇ ਦੱਸਿਆ ਬਈ ਇਹ ਧੰਦਾ ਜ਼ਰੂਰ ਪਿੱਟਣਾ। ਪੜਿਆ ਨਹੀਂ ਜਾਂਦਾ, ਛਾਵੇਂ ਬਹਿ ਕੇ। ਕੋਲੋਂ ਲੰਘਦਿਆਂ ਮੁਖਤਿਆਰ ਮਧਰੇ ਨੇ ਆਖਿਆ, ਕਿਉਂ ਮੁੰਡੇ ਦੀਆਂ ਲੱਤਾਂ ਫਿੱਡੀਆਂ ਕਰਦਾ, ਦਿਹਾੜੀਆ ਪਾ ਲੈ, ਇੱਥੇ ਤਾਂ ਸਾਲੇ 5 ਪਾਂਜੇ ਸੂਤ ਹੀ ਨਹੀਂ ਆਉਂਦੇ। ਮੁੰਡੇ ਨੂੰ ਤਾਂ ਪੁੱਛ ਕੇ ਵੇਖ। ਗਿੰਦਰ ਨੇ ਕਹੀ ਰੋਕ ਕੇ ਰਾਹ ਵੱਲ ਵੇਂਦਿਆਂ ਕਿਹਾ, ਇਹ ਤਾਂ ਆਂਦਾ ਮੈਨੂੰ ਸਵਾਦ ਹੀ ਐਸੇ ਕੰਮ 'ਚੋਂ ਆਉਂਦਾ। ਆਪਾਂ ਵੀ ਅੱਗੇ ਢਿੱਲੇ ਨਹੀਂ ਫਿਰ। ਮੈਂ ਕਿਹਾ ਮੇਰੀ ਟੂਹੀ ਉੱਤੇ ਖੁਰਕ ਹੁੰਦੀ ਐ ਦਿਹਾੜੀਏ ਤੋਂ ਛਿੱਲ ਲਹਾਉਣ ਨੂੰ। ਦਿਹਾੜੀਆ ਤਾਂ ਮੈਨੂੰ 15 'ਚ ਪੈਂਦਾ, 7 ਰੁਪਏ ਦਿਹਾੜੀ ਤੇ 8 ਦੇ ਰਾਸ਼ਨ ਨੂੰ ਚੂੜਾ ਊਂ ਥੁੱਕ ਲਾਊ। ਬਾਕੀ ਇਹਦੀ ਕਾਪੀ ਪਿਲਸਣ ਦਾ ਖਰਚਾ ਵੱਖ। ਫਿਰ ਆਪਾਂ ਕਿਉਂ ਖੱਤਾ ਖਾਈਏ। ਜਾਣਦੇ ਓਏ ਮੁੰਡਿਆ, ਮੁਖਤਿਆਰ ਨੇ ਜਿਵੇਂ ਸਮਝੌਤੀ ਦਿੱਤੀ, ਪੜ੍ਹ ਲੈ ਜੇ ਕਰਮਾਂ 'ਚ ਐ। ਕੀ ਲੈਣਾ ਇਸ ਕੁੱਤੇ ਕੰਮ ਤੋਂ, ਇਹ ਵੀ ਸਹੁਰਿਆ ਕੋਈ ਕੰਮਾਂ 'ਚੋਂ ਕੰਮ ਐ। ਇਹ ਧੰਦਾ ਤਾਂ ਜਦੋਂ ਤੇਰੀ ਸਲਾਹ ਹੋਈ ਪਿੱਟ ਲਈ। ਜਾਣ ਦੇ, ਛੱਡ ਖਹਿੜਾ। ਪਰ ਗੋਰਾ ਨਹੀਂ ਬੋਲਿਆ।
ਗਿੰਦਰ ਨੇ ਉਸ ਨੂੰ ਕੰਮ ਵਿੱਚ ਇੰਨਾ ਖਿੱਚਿਆ ਕਿ ਉਹ ਮੁੜ ਸਕੂਲ ਜਾਣ ਲੱਗ ਪਵੇ, ਪਰ ਗੋਰੇ ਨੇ ਕੰਨਾ ਨਹੀਂ ਲਾਇਆ। ਇਹ ਦੇਖ ਕੇ ਗਿੰਦਰ ਨੇ ਹੋਰ ਵਿਉਂਤ ਬਣਾਈ। ਇੱਕ ਮੈਂ ਚੌਥੇ ਸੂਏ ਉਹਨਾਂ ਕੋਲ ਸੀ ਤੇ ਉਸੇ ਦੀ 2.5 ਵਰਿਆਂ ਦੀ 5 ਕਲਿਆਣੀ ਝੋਟੀ ਵਾਹਵਾ ਨਿਖਰਦੀ ਆਉਂਦੀ ਸੀ, ਪਰ ਵੰਡ ਵੜੇਵੇਂ ਦੀ ਤੋੜ ਕਾਰਨ ਝੋਟੀ ਦੀ ਟਹਿਲ ਸੇਵਾ ਨਹੀਂ ਹੋ ਸਕੀ। ਭਾਵੇਂ ਪੱਠੇ ਤੱਥੇ ਦਾ ਤਾਂ ਗਿੰਦਰ ਤੋੜਾ ਨਾ ਪੈਣ ਦਿੰਦਾ ਸੀ। ਜਦੋਂ ਗੋਰਾ ਉਹਨੂੰ ਪੜ੍ਹਾਈ ਵੱਲੋਂ ਕਿਸੇ ਤਣ ਪੱਤਣ ਨਾ ਲੱਗਦਾ ਦਿਸਿਆ, ਉਹ ਝੋਟੀ 700 ਦੀ ਵੇਚ ਦਿੱਤੀ। ਕੁਝ ਕੋਲੋਂ ਪਾ ਕੇ, ਕੁਝ ਹੋਰ ਭੰਨ ਘੜ ਕਰਕੇ ਇੱਕ ਮੈਂ ਹੋਰ 1500 ਦੀ ਖਰੀਦ ਲਈ ਤੇ ਡੇਅਰੀ ਦੁੱਧ ਪਾਉਣਾ ਸ਼ੁਰੂ ਕਰ ਦਿੱਤਾ। ਭਾਵੇਂ ਉਹ ਅੜੇ ਥੁੜੇ ਵਿੱਚ ਪਹਿਲਾਂ ਵੀ ਦੁੱਧ ਵੇਚਦੇ ਸਨ, ਗੋਰਾ ਮੱਝਾਂ ਬਾਹਰ ਖੇਤਾਂ 'ਚ ਚਾਰਨ ਲਿਜਾਣ ਲੱਗ ਪਿਆ। ਹਾੜ ਦੇ ਮੂਹਰਲੇ ਪੱਖ ਵਿੱਚ ਹੀ 2 ਚੰਗੇ ਸ਼ਰਾਟੇ ਪੈ ਗਏ ਸਨ ਤੇ ਵਿਹਲੇ ਪਏ ਕਣਕਾਂ ਦੇ ਵਾਹਣਾਂ 'ਚ ਵਾਹਵਾ ਘਾਹ ਉੱਗ ਆਇਆ ਸੀ। ਇਹ ਵਾਹਣ ਬਹੁਤੇ ਪੈਸੇ ਵੱਲੋਂ ਥੋੜ੍ਹੇ ਜੱਟਾਂ ਦੇ ਹੁੰਦੇ, ਕਿਉਂਕਿ ਹਾੜੀ ਕੱਢਣ ਸਾਰ ਹੀ ਝੋਨੇ ਦੀ ਲਵਾਈ ਦਾ ਜ਼ੋਰ ਪੈ ਜਾਂਦਾ ਸੀ। ਪਹਿਲਾਂ ਤਾਂ ਗੋਰਾ ਆਪਣੇ ਖੇਤਾਂ ਦੇ ਦੁਆਲੇ ਹੀ ਮੱਝਾਂ ਫੇਰਦਾ ਰਿਹਾ, ਫਿਰ ਉਹ ਢਾਣੀ 'ਚ ਰਲ ਕੇ ਦੂਰ ਵੀ ਲਿਜਾਣ ਲੱਗ ਪਿਆ ਸੀ। ਪਾਲੀ ਮੁੰਡਿਆਂ 'ਚੋਂ ਉਹਦੇ ਬਹੁਤੇ ਆੜੀ ਮਜ਼੍ਹਬੀਆਂ ਦੀ ਤਿਤਨੀ ਤੇ ਚਮੈਰਾਂ ਦਾ ਚਿਗਨਟ ਬਣ ਗਏ, ਕਿਉਂਕਿ ਜੱਟ ਮੁੰਡੀਰ ਨਾਲ ਗੋਰੇ ਦੀ ਸੱਥਰੀ ਨਹੀਂ ਪੈਂਦੀ ਸੀ। ਉਹ ਉਸ ਨਾਲੋਂ ਵੱਡੇ ਸਨ ਤੇ ਨਾਲੇ ਤਗੜੇ। ਨਿੱਕੀ ਉਮਰ ਦੇ ਮੁੰਡਿਆਂ ਨਾਲ ਧੱਕਾ ਕਰਨਾ ਤਾਂ ਉਹ ਆਪਣਾ ਹੱਕ ਸਮਝਦੇ। ਤਿਤਨੀ ਤੇ ਚਿਗਨਟ ਉਸਦੇ ਪਸ਼ੂਆਂ ਦੇ ਮੋੜੇ ਲਾ ਦਿੰਦੇ, ਪਰ ਜੱਟ ਮੁੰਡੇ ਸਗੋਂ ਉਹ ਤੋਂ ਮੋੜੇ ਲਾਉਣ ਦੀ ਝਾਕ ਰੱਖਦੇ। ਇਸੇ ਤਰ੍ਹਾਂ ਇੱਕ ਦਿਨ ਸੂਰਜ ਵਾਹਵਾ ਉੱਚਾ ਚੜ੍ਹ ਆਇਆ ਸੀ, ਧੁੱਪ ਚੁਭਣ ਲੱਗ ਪਈ ਸੀ। ਗੋਰੇ ਨੇ ਰੋਟੀ ਖਾ ਕੇ ਮੱਝਾਂ ਦੇ ਸੰਗਲ ਲਾਹੇ ਤੇ ਛੱਪੜ ਹੱਕ ਲਈਆਂ। ਮੱਝਾਂ ਚਾਰਨ ਵਾਲੇ ਮੁੰਡੇ ਬੋਹੜ ਥੱਲੇ ਬੈਠੇ ਉੱਚੀ ਉੱਚੀ ਗੱਲਾਂ ਕਰਕੇ ਹੱਸ ਰਹੇ ਸਨ। ਗੋਰੇ ਦੀਆਂ ਮਈਆਂ ਛੱਪੜ ਵਿੱਚ ਬੈਠੀਆਂ ਮੱਝਾਂ ਨੂੰ ਵੇਖ ਕੇ ਰਿੰਗੀਆਂ। ਫੇਰ ਉਹਨਾਂ ਪੂਛਾਂ ਚੱਕ ਕੇ ਦੜੰਗੇ ਮਾਰੇ ਤੇ ਅੜੈਂ ਅੜੈਂ ਕਰਦੀਆਂ ਭੱਜਦੀਆਂ ਛੱਪੜ ਵਿੱਚ ਜਾ ਵੜੀਆਂ। ਛੱਪੜ ਦੇ ਛਿਪਦੀ ਵੰਨਿਓ ਇੱਕ ਡੱਬ ਖੜੱਬੀ ਮੈਂ ਰਿੰਗਦੀ ਭੱਜੀ ਆਈ, ਉਵੇਂ ਛੜੱਪੇ ਮਾਰਦੀ ਮੁੜ ਗਈ। ਛੱਪੜ ਵਿੱਚੋਂ ਨਿੱਕੀਆਂ ਮੋਟੀਆਂ ਤੇ ਭਰੜਾਈਆਂ ਆਵਾਜ਼ਾਂ ਦਾ ਇੱਕ ਛਟਕਵਾਂ ਜਿਹਾ ਰਾਗ ਉੱਚਾ ਉੱਠ ਰਿਹਾ ਸੀ। ਗੋਰਾ ਬੋਹੜ ਹੇਠਾਂ ਆਇਆ ਤਾਂ ਜਮਾਦਾਰਾਂ ਦੇ ਵਾਹਵਾ ਪਠੀਰ ਹੋਏ ਮੁੰਡੇ ਮੱਖਣ ਨੇ ਆਖਿਆ, ਆ ਓਏ ਪੁੱਤ। ਗੋਰਾ ਸੰਗ ਗਿਆ। ਮੱਖਣ ਨੇ ਫੇਰ ਆਪਣਾ ਚਿੱਪੀ ਵਰਗਾ ਮੂੰਹ ਖੋਲਿਆ, ਅੱਜ ਤਾਂ ਪੁੱਤ ਪਟੋਲਾ ਹੀ ਬਣਿਆ ਫਿਰਦਾ। ਗੋਰੇ ਤੇ ਹੋਰ ਮੁੰਡਿਆਂ ਨਾਲੋਂ ਉਹ ਵੱਡਾ ਸੀ, ਉਂਝ ਵੀ ਜਮਾਦਾਰਾਂ ਦਾ ਮੁੰਡਾ ਹੋਣ ਕਰਕੇ ਤੇ ਕੁਝ ਘਰੋਂ ਸੂਤ ਹੋਣ ਕਰਕੇ ਦੂਜੇ ਮੁੰਡੇ ਉਹਦੀ ਸ਼ਾਨੀ ਭਰਦੇ ਸਨ। ਮੱਖਣ ਦੀਆਂ ਮੱਝਾਂ ਛੱਪੜ ਵਿੱਚੋਂ ਨਿਕਲ ਕੇ ਚੜ੍ਹਦੀ ਵੱਲ ਪਹੇ ਦੇ ਰਾਹ ਪੈ ਗਈਆਂ। ਉਹ ਆਪ ਮੁਹਾਰੀਆਂ ਪੁੱਛਾਂ ਚੁੱਕੀ ਰਿੰਗਦੀਆਂ ਵਾਹਵਾ ਵਗੀਆਂ ਜਾਂਦੀਆਂ ਸਨ। ਮੱਖਣ ਨੇ ਗੋਰੇ ਦੇ ਸੋਟੀ ਦੀ ਹੁੱਜ ਲਾਉਂਦਿਆਂ ਨਿਮਕੀ ਨਾਲ ਕਿਹਾ, ਜਾਈ ਓਏ ਗੋਰਿਆ, ਭੱਜ ਕੇ ਬਾਈ ਬਣ ਕੇ। ਗੋਰੇ ਨੇ ਪਹਿਲਾਂ ਜੀਭ ਨਾਲ ਟਿੱਚ ਦੀ ਆਵਾਜ਼ ਕੱਢੀ, ਫਿਰ ਬੋਲਿਆ, ਮੈਂ ਕੀ ਕਰਾਂ, ਤੂੰ ਆਪੇ ਮੋੜ ਲਿਆ, ਜਾ ਵੜਾ। ਮੱਖਣ ਨੇ ਮੂੰਹ ਚਿੱਬਾ ਜਿਹਾ ਕਰਕੇ ਵਿਚਾਰਾ ਜਿਹਾ ਬਣਦਿਆਂ ਆਖਿਆ, ਪਰ ਗੋਰਾ ਮੋਢੇ ਮਾਰ ਕੇ ਪਰਾਂ ਹੋ ਗਿਆ। ਭੈਣ ਦੇਣਿਆ, ਮੌਤ ਪੈਂਦੀ ਆ ਮੋੜ ਕੇ ਲਿਆਉਂਦੇ ਨੂੰ, ਤੂੰ ਹੀ ਹੋਏਗਾ ਭੈਣ ਦੇਣਾ। ਮੱਖਣ ਉਸ ਵੱਲ ਗਹਿਰੀ ਤੱਕਣੀ ਝਾਕਿਆ, ਪਰ ਗੋਰਾ ਉਸੇ ਤਰ੍ਹਾਂ ਭਰਿਆ ਤੇ ਭੂਸਰਿਆ ਖਲੋਤਾ ਸੀ। ਮੱਝਾਂ ਮਗਰ ਭੱਜੇ ਜਾਂਦੇ ਮੱਖਣ ਨੇ ਉੱਚੀ ਦੇ ਕੇ ਕਿਹਾ, ਕੋਈ ਨਾ ਪੁੱਤ, ਅੱਜ ਲਵਾਂਗੇ ਤੇਰੀ ਖਬਰ, ਚੱਲੀ ਕੇਰਾਂ ਤੂੰ ਉੱਥੇ। ਗੋਰਾ ਮੂੰਹ ਵਿੱਚ ਹੀ ਬੁੜਬੁੜ ਕਰੀ ਗਿਆ, ਪਰ ਉੱਚੀ ਨਹੀਂ ਬੋਲਿਆ। ਮਤੇ ਮੱਖਣ ਮੁੜ ਕੇ ਆ ਕੇ ਉਸ ਨੂੰ ਝੰਬਣ ਹੀ ਲਾਣ ਲੱਗ ਪਵੇ। ਮੱਖਣ ਦੇ ਮੁੜਨ ਤੋਂ ਪਹਿਲਾਂ ਗੋਰੇ ਦੀਆਂ ਮੱਝਾਂ ਛੱਪੜ 'ਚੋਂ ਨਿਕਲ ਕੇ ਤਿਤਨੀ ਦੀਆਂ ਮੱਝਾਂ ਨਾਲ ਜਾ ਰਲੀਆਂ। ਉਹ ਤੀਆਂ ਵਾਲੇ ਥਾਂ 'ਚ ਗੁੱਗੇ ਮਾੜੇ ਮੋਟੇ ਤੇ ਮਿੱਧੇ ਜਿਹੇ ਘਾਹ ਨੂੰ ਮੂੰਹ ਮਾਰ ਰਹੀਆਂ ਸਨ। ਚਿਗਨਟ ਤੇ ਤਿਤਨੀ ਇੱਕ ਦੂਜੇ ਨੂੰ ਸੋਟੀਆਂ ਦੀਆਂ ਬੰਦੂਕਾਂ ਬਣਾ ਕੇ ਡਰਾਉਂਦੇ ਹੱਸ ਰਹੇ ਸਨ। ਫੇਰ ਤਿੰਨੇ ਜਣੇ ਰਲ ਕੇ ਮੱਖਣ ਤੇ ਉਹਦੇ ਯਾਰਾਂ ਦੀਆਂ ਚੁਗਲੀਆਂ ਕਰਨ ਲੱਗ ਪਏ। ਧੁੱਪ ਚੜ੍ਹਨ ਨਾਲ ਛੱਪੜ ਤੇ ਸੀੜ ਹੁੰਦੀ ਜਾਂਦੀ ਸੀ। ਗੋਰੇ ਹੋਰਾਂ ਨੇ ਵੀ ਆਪਣੇ ਪਸ਼ੂ ਤਾਰੂ ਆਣੇ ਦੇ ਖੇਤਾਂ ਵੱਲ ਹੱਕ ਲਏ ਸਨ। ਝੋਨੇ ਦੀ ਲਵਾਈ ਦਾ ਜ਼ੋਰ ਚੜ੍ਹ ਰਿਹਾ ਸੀ, ਪਰ ਕੁਝ ਕੁ ਜੱਟਾਂ ਦੇ ਵਾਹਣ ਵਿਹਲੇ ਰਹਿ ਜਾਂਦੇ। ਪਾਲੀ ਮੁੰਡੇ ਜੱਟਾਂ ਤੋਂ ਝਿੜਕਾਂ ਖਾਂਦੇ, ਪਰ ਇਹ ਸਾਰੇ ਇੰਨੇ ਢੀਠ ਬਣੇ ਹੁੰਦੇ ਕਿ ਰਾਹ ਨਾਲ ਲੱਗਦੀਆਂ ਪੈਲੀਆਂ ਦਾ ਉਜਾੜਾ ਕਰ ਹੀ ਜਾਂਦੇ। ਪਰ ਇੱਕ ਦਿਨ ਤਾਂ ਉਹਨਾਂ ਹੱਦ ਹੀ ਕਰ ਦਿੱਤੀ। ਦੁਪਹਿਰ ਤੋਂ ਬਾਅਦ ਬੱਦਲ ਘੋਰ ਉੱਠਿਆ। ਕਾਲੀਆਂ ਘਟਾਵਾਂ ਨੇ ਚਾਰ ਚੁਫੇਰਾ ਠੰਡਾ ਠਾਰ ਕਰ ਦਿੱਤਾ। ਮੁੰਡੇ ਤੇ ਪਸ਼ੂ ਇੱਕ ਨਸ਼ਿਆਏ ਜਿਹੇ ਮਾਹੌਲ ਵਿੱਚ ਚਾਵਲੇ ਜਿਹੇ ਫਿਰਦੇ ਸਨ। ਹਵਾ ਵਗਣ ਲੱਗ ਪਈ, ਬੱਦਲ ਖਿੰਡਣ ਲੱਗ ਪਏ, ਪਰ ਫੇਰ ਅਚਾਨਕ ਹੀ ਵਾਰ ਰੁਕ ਗਈ। ਮੀਂਹ ਫੜਾਕੀ ਲੈ ਆਇਆ।
ਥੋੜਾ ਚਿਰ ਗੋਰੇ ਹੋਰੀ ਭੇਡੂ ਕੀ ਕਿੱਕਰ ਹੇਠ ਮੀਂਹ ਦੀ ਵਾਛੜ ਤੋਂ ਬਚਣ ਲਈ ਖੜੋਤੇ ਰਹੇ। ਮੱਝਾਂ ਪੈਂਦੇ ਮੀਂਹ ਵਿੱਚ ਮਸਤ ਹੋਈਆਂ ਚਰੀ ਗਈਆਂ, ਪਰ ਜਦੋਂ ਮੀਂਹ ਦੀ ਪੈਂਦੜ ਵਾਛੜ ਦੇ ਛਕਾਟੇ ਪਾਉਂਦੀ ਹਵਾ ਨਾਲ ਗੋਰੇ ਹੋਰੀ ਕੰਬਣ ਲੱਗ ਪਏ ਤਾਂ ਉਹਨਾਂ ਮਾਲ ਪਿੰਡ ਨੂੰ ਹੱਕ ਦਿੱਤਾ। ਸੂਬੇਦਾਰਾਂ ਦੇ ਖੇਤ ਕੋਲ ਆ ਕੇ ਗੋਰੇ ਦੀ ਮੈਂ ਮੱਲੋ ਮੱਲੀ ਬੂਰ ਕੇ ਸੂਬੇਦਾਰਾਂ ਦੀ ਵਾਹ ਨਾਲ ਝੂਮਦੀ ਚਰੀ ਵਿੱਚ ਜਾ ਵੜੀ। ਮੀਂਹ ਫੇਰ ਸ਼ਰਾਟੀ ਹੋ ਗਿਆ। ਅਜੇ ਅੱਧਾ ਕੁ ਘੰਟਾ ਬੀਤਿਆ ਸੀ। ਪਾਖਰ ਕਾ ਲੀਖਾ ਵਾਣੋ ਵਾਣੀ ਸਿੱਧਾ ਅਚਾਨਕ ਇਉਂ ਆ ਨਿਕਲਿਆ ਜਿਵੇਂ ਧਰਤੀ ਵਿੱਚੋਂ ਹੀ ਉੱਗ ਆਇਆ ਹੋਵੇ। ਉਹਨੂੰ ਵੇਖ ਕੇ ਤਿੱਕੜੀ ਦੇ ਸੋਧਰ ਸੁੱਕ ਗਏ। ਕਿਉਂ ਲਾਤੇ ਜਵਾਰ ਦੇ ਛਿੱਟੇ? ਮੁੰਡੇ ਕੀ ਕਹਿੰਦੇ? ਚੁੱਪ ਵੱਟ ਰੱਖੀ। ਡਰ ਨਾਲ ਉਹਨਾਂ ਨੂੰ ਹੁਣ ਗਿੱਲਿਆਂ ਕੱਪੜਿਆਂ ਵਿੱਚ ਪਾਲਾ ਲੱਗਣ ਲੱਗ ਪਿਆ ਸੀ। ਲੀਖਾ ਫੇਰ ਤੁੜਕਿਆ। ਚੱਕ ਦਿਓ ਤੇਲ ਚੋਂ ਕੌਡੀ। ਸੂਬੇਦਾਰ ਨੂੰ ਕਾਹਦੀ ਖੇਚਲ ਦੇਣੀ ਹੈ ਨਿੱਤ ਗੱਜ ਤਪਾਉਣ ਦੀ। ਉਡਾ ਦਿਓ ਫੂਸੜੇ। ਮੁੰਡਿਆਂ ਨੇ ਛੇਤੀ ਛੇਤੀ ਮੱਝਾਂ ਘੇਰ ਕੇ ਪਿੰਡ ਨੂੰ ਹੱਕ ਲਈਆਂ। ਅੱਧੀ ਕਨਾਲ ਵਿਚਲੀ ਚਰੀ ਮੱਝਾਂ ਨੇ ਉੱਤੋਂ ਪੋਗੇ ਵੱਢ ਵੱਢ ਉਹਨਾਂ ਥਾਂ ਇਉਂ ਕਰ ਦਿੱਤਾ ਸੀ ਜਿਵੇਂ ਇੱਥੇ ਝੋਟਿਆਂ ਦਾ ਭੇੜ ਹੁੰਦਾ ਰਿਹਾ ਹੋਵੇ। ਉਹਨਾਂ ਤਿੰਨਾਂ ਦੇ ਮੂੰਹ ਵੀ ਉਤਰ ਗਏ ਸਨ। ਡਰ ਦੂਰ ਭਜਾਉਣ ਲਈ ਉਹਨਾਂ ਨੇ ਆਪਸ ਵਿੱਚ ਹਾਸੇ ਜਿਹੇ ਨਾਲ ਗੱਲ ਕੀਤੀ। ਆਜੋ ਬਾਈ ਸਿਆਂ, ਅੱਜ ਮਿਲੂ ਦੱਖੂ ਦਾਣਾ। ਹੁਣ ਕੇਰਾਂ ਢੂਈਆਂ ਨੂੰ ਪੱਤੀਆਂ ਲਵਾ ਲਓ। ਚੱਲ ਕੇ ਤਖਾਣਾ ਦਿਓ। ਚੱਲ ਦੇਖੀ ਜਾਊ। ਗੋਰੇ ਨੇ ਇਉਂ ਸਿਰ ਮਾਰਿਆ ਜਿਵੇਂ ਇਹ ਘਟਨਾ ਉਹਦੇ ਲਈ ਕੋਈ ਗੱਲ ਚੀਜ਼ ਹੀ ਨਹੀਂ ਸੀ। ਪਾਖਰੇ ਕੇ ਲੀਖੇ ਨੇ ਸੂਬੇਦਾਰ ਨੂੰ ਜਾ ਦੱਸਿਆ ਤੇ ਸੂਬੇਦਾਰ ਨੇ ਉਲਾਂਭਾ ਦੇਣ ਦੀ ਥਾਂ ਪੰਚਾਇਤ ਇਕੱਠੀ ਕਰ ਲਈ। ਪੰਚ ਸਰਪੰਚ ਧਰਮਸ਼ਾਲਾ 'ਚ ਜੁੜ ਬੈਠੇ। ਮੁੰਡਿਆਂ ਦੇ ਘਰਦਿਆਂ ਨੂੰ ਸੱਦਾ ਭੇਜ ਕੇ ਬੁਲਾਇਆ। ਗਿੰਦਰ ਨੇ ਸਾਰਾ ਕਸੂਰ ਸਿਰ ਮੱਥੇ ਮਨਜ਼ੂਰ ਕਰਦਿਆਂ ਕਿਹਾ, ਦੇਖ ਬਈ ਪੰਚਾਇਤੇ, ਸਾਡੇ ਸ਼ੋਹਰਾਂ ਨੇ ਕਸੂਰ ਕੀਤਾ, ਇਹਦੀ ਸਜ਼ਾ ਵੀ ਜ਼ਰੂਰ ਮਿਲਣੀ ਚਾਹੀਦੀ ਹੈ। ਮੈਂ ਤਾਂ ਆਣਾ ਪਹਿਲਾਂ ਇਹਨਾਂ ਨੂੰ ਇੱਥੇ ਲੰਮੇ ਪਾਓ ਸਾਡੇ ਸਾਹਮਣੇ। ਉਹਨੂੰ ਪਤਾ ਸੀ ਇੱਥੇ ਨਰਮੀ ਹੀ ਕੰਮ ਕੱਢੇਗੀ। ਨਾਲੇ ਪੰਚਾਇਤ ਮੌਕਾ ਵੇਖ ਆਈ ਸੀ। ਤੂੰ ਹੀ ਦੱਸ ਫਿਰ ਕੀ ਕਰੀਏ? ਸਰਪੰਚ ਜਿਹੜਾ ਰਫਲ ਦੀ ਨਾਲ ਦੋਹਾਂ ਹੱਥਾਂ ਵਿੱਚ ਫੜੀ ਗੋਡਿਆਂ ਦੇ ਸੰਨ 'ਚ ਦੇਈ ਬੈਠਾ ਸੀ, ਬੋਲਿਆ, ਮੈਂ ਤਾਂ ਫਿਰ ਇੱਕੋ ਹੀ ਗੱਲ ਕਹਿਣਾ, ਜੇ ਤੁਸੀਂ ਸਾਨੂੰ ਦੰਨ ਲਾਉਣਾ ਤਾਂ ਜੀ ਸਦਕੇ, ਸਿਰ ਮੱਥੇ ਮਨਜ਼ੂਰ ਹੈ ਜੇ ਚਾਚਾ ਆਖੇ। ਗਿੰਦਰ ਨੇ ਹੱਥ ਦਾ ਇਸ਼ਾਰਾ ਸੂਬੇਦਾਰ ਵੱਲ ਕਰਿਆ। ਜਿੰਨਾ ਥਾਂ ਪਸ਼ੂਆਂ ਨੇ ਖਰਾਬ ਕਰਿਆ ਉਨੀ ਅਸੀਂ ਚਰੀ ਦੇ ਦਿੰਨੇ ਆ। ਆਹ ਬਈ ਸਾਰਿਆਂ ਨਾਲੋਂ ਫੈਂਸੀ ਗੱਲ ਹੈ। ਜੁੜੇ ਹੋਏ ਬੰਦੇ ਆਪ ਬੁਹਾਰੇ ਬੋਲਣ ਲੱਗ ਪਏ ਤੇ ਕਈਆਂ ਨੇ ਮਗਰ ਨੂੰ ਸਿਰ ਭੰਵਾ ਕੇ ਆਪਣੀ ਗੱਲ ਦਾ ਹੁੰਗਾਰਾ ਮਾਰਿਆ। ਕਿਉਂ ਬਈ ਸਰਦਾਰਿਆ? ਸਰਪੰਚ ਨੇ ਤਿਤਨੀ ਦੇ ਪਿਓ ਨੂੰ ਪੁੱਛਿਆ। ਪਰ ਚਿਗਨਟ ਅਤੇ ਤਿਤਨੀ ਦੇ ਪਿਓ ਦੀ ਸਮੱਸਿਆ ਇਹ ਸੀ, ਉਹ ਚਰੀ ਕਿੱਥੋਂ ਦੇਣ? ਉਹ ਹਾਂ ਕਿਵੇਂ ਕਰਨ? ਸਰਦਾਰਾ ਖੁਦ ਹੀ ਔਖਾ ਹੋਇਆ ਬੈਠਾ ਸੀ। ਮੈਂ ਤਾਂ ਸੱਚੀ ਪੁੱਛੋ ਚੌਧਰੀ ਚੰਦਰੀ ਔਲਾਦ ਤੋਂ ਇੰਨਾ ਦੁਖੀ ਆ ਬਈ ਕੁਛ ਕਹਿ ਹੀ ਨਹੀਂ ਸਕਦਾ। ਉਹ ਤਾਂ ਸਰਦਾਰਾ ਸਿਆਂ ਗਿੰਦਰ ਦੇ ਘਰਾਂ ਚੋਂ ਲੱਗਦੇ ਚਾਚੇ ਤੇਲੂ ਦੇ ਬਾਪੂ ਠਾਕਰ ਨੇ ਆਖਿਆ, ਜਿਹੇ ਜਿਹਾ ਆਪਾਂ ਬੀਜਿਆ ਉਹੀ ਵੱਢਣਾ। ਪਰ ਤੂੰ ਇਹ ਦੱਸ ਤੈਨੂੰ ਹੁਣ ਕਿਹੜੀ ਗੱਲ ਮਨਜ਼ੂਰ ਹੈ? ਸਰਦਾਰਾ ਕੀ ਆਖਦਾ? ਚੁੱਪ ਕਰ ਗਿਆ। ਪਰ ਇਹ ਵੀ ਗਿੰਦਰ ਨੇ ਨਿਬੇੜ ਦਿੱਤੀ। ਚਰੀ ਸਾਰੀ ਉਹਨੇ ਦੇਣੀ ਮੰਨ ਲਈ। ਇਹਦੇ ਵਿਗ ਵਿੱਚ ਸਰਦਾਰਾਂ ਤੇ ਗੱਜਣ ਉਹਦੇ ਨਾਲ ਦਿਹਾੜੀਆਂ ਲਵਾ ਦੇਣਗੇ। ਫਿਰ ਮੁੰਡਿਆਂ ਦੇ ਬਾਲੀ ਵਾਰਸਾਂ ਨੂੰ ਚੇਤਾਵਨੀ ਕਰਦੇ ਸਾਰੇ ਆਪੋ ਆਪਣਾ ਗਾੜ ਪਾਉਣ ਲੱਗ ਪਏ ਕਿ ਜੇ ਮੁੰਡਿਆਂ ਨੇ ਅਗਾਂਹ ਨੂੰ ਅਜਿਹੀ ਕੋਈ ਇਲਤ ਕੀਤੀ ਤਾਂ ਨਤੀਜਾ ਬੁਰਾ ਨਿਕਲੂਗਾ। ਗਿੰਦਰ ਹੋਰਾਂ ਮੁੰਡਿਆਂ ਨੂੰ ਮਾੜਾ ਮੋਟਾ ਘੂਰਿਆ, ਪਰ ਉਹਨਾਂ ਆਪਣੀ ਤਿਕੜੀ ਨਾ ਭੰਨੀ। ਫਿਰ ਉਸੇ ਤਰ੍ਹਾਂ ਮੱਝਾਂ ਬਾਹਰ ਲਿਜਾਣ ਲੱਗ ਪਏ ਤੇ ਸਾਰੀ ਦਿਹਾੜੀ ਮਈਆਂ ਬਾਹਰ ਹੀ ਰੱਖਦੇ। ਸਵੇਰੇ ਰੋਟੀ ਖਾ ਕੇ ਦੁਪਹਿਰ ਦੀ ਲੜ ਬੰਨ੍ਹ ਲੈਂਦੇ ਤੇ ਬਾਹਰ ਨੂੰ ਛੱਡਣ ਤੋਂ ਪਹਿਲਾਂ ਮੱਝਾਂ ਘੰਟਾ ਡੇਢ ਘੰਟਾ ਛੱਪੜ ਵਿੱਚ ਡੋਬੀ ਰੱਖਦੇ। ਮਾਲ ਮਗਰ ਫਿਰਦੇ ਫਿਰਾਉਂਦੇ ਦੁਪਹਿਰ ਹੁੰਦੀ ਤੱਕ ਉਹ ਤਾਰੂ ਆਣੇ ਵਾਲੀ ਬੁੱਢੀ ਕਿੱਕਰ ਹੇਠ ਆ ਜਾਂਦੇ। ਇਹ ਕਿੱਕਰ ਟਿੱਬੀ ਦੇ ਵਿਚਾਲੇ ਤੇ ਐਨ ਸਿਰੇ ਤੇ ਖੜੋਤੀ ਤਿੱਖੜ ਦੁਪਹਿਰੇ ਆਪਣੇ ਉੱਤੇ ਝੱਲਦੀ ਸੀ। ਜੇਠ ਹਾੜ ਦੀ ਦੁਪਹਿਰ ਵਿੱਚ ਉੱਥੇ ਹੋੜ ਬੋਲਦਾ ਸੀ। ਨੇੜੇ ਤੇੜੇ ਕੋਈ ਸੰਘਣੀ ਛਾਂ ਵਾਲਾ ਦਰਖਤ ਵੀ ਨਹੀਂ ਸੀ। ਮੱਝਾਂ ਕਿੱਕਰ ਦੀ ਚਿੱਤ ਕਬਰੀ ਛਾਂ ਹੇਠ ਉਲਾਂਗੇ ਪੈ ਜਾਂਦੀਆਂ ਤੇ ਉਹ ਡੰਡਾ ਡੁੱਕ ਖੇਡਣ ਲੱਗ ਜਾਂਦੇ। ਇਹ ਖੇਡ ਵਿੱਚ ਡੰਡਾ ਧਰਤੀ ਉੱਤੇ ਪਿਆ ਰਹਿੰਦਾ। ਜਿਸ ਮੁੰਡੇ ਸਰਦਾਈ ਹੁੰਦੀ ਉਹ ਡੰਡੇ ਦੀ ਰਾਖੀ ਬੈਠਦਾ, ਪਰ ਨਾਲ ਦੀ ਨਾਲ ਕਿੱਕਰ ਉੱਤੇ ਚੜ੍ਹੇ ਮੁੰਡਿਆਂ ਨੂੰ ਛੂੰਹਦਾ ਵੀ। ਜੇ ਉਹ ਡੰਡੇ ਨੂੰ ਬਚਾਈ ਰੱਖਦਿਆਂ ਕਿਸੇ ਮੁੰਡੇ ਦੇ ਹੱਥ ਲਾ ਲੈਂਦਾ ਤਾਂ ਦਾਈ ਉਸ ਮੁੰਡੇ ਦੀ ਆ ਜਾਂਦੀ। ਪਰ ਜੇ ਕਿੱਕਰ ਤੇ ਚੜ੍ਹੇ ਹੋਏ ਮੁੰਡਿਆਂ 'ਚੋਂ ਕੋਈ ਪਲੂਮਣਾ ਥਾਣੀ ਉਤਰ ਕੇ ਉਸ ਦੀ ਅੱਖ ਬਚਾ ਕੇ ਡੰਡਾ ਚੁੱਕ ਲੈਂਦਾ ਤੇ ਸੱਜੀ ਲੱਤ ਹੇਠ ਦੀ ਕੱਢ ਕੇ ਮੂੰਹ ਨਾਲ ਚੁੰਮਦਾ ਤਾਂ ਦਾਈ ਦੇ ਰਹੇ ਮੁੰਡੇ ਸਿਰ ਇੱਕ ਹੋਰ ਬਾਜੀ ਚੜ੍ਹ ਜਾਂਦੀ ਸੀ।
ਭਾਦੋਂ ਚੜ੍ਹਦਿਆਂ ਉਹ ਹੋਰ ਕਈ ਕਤਿੱਤਾਂ ਸਿੱਖ ਗਏ ਸਨ। ਇਹ ਕਤਿੱਤ ਗੋਰੇ ਨੂੰ ਹੀ ਸੁੱਝੀ ਸੀ। ਉਹ ਖੱਖੜੀ ਦੇ ਫੁੱਟਾਂ ਵਾਂ ਖਿੜੀਆਂ ਕਪਾਹਾਂ ਦੇ ਲਾਗੇ ਮਾਲ ਰੱਖਦੇ ਤੇ ਅੱਖ ਬਚਾ ਕੇ ਪਾਣੀ ਪੀਣ ਵਾਲੇ ਡੱਬਿਆਂ ਵਿੱਚ ਕਪਾਹ ਦੇ ਰੁੱਗ ਤੁੰਨ ਲੈਂਦੇ। ਫਿਰ ਜਦੋਂ ਮੱਝਾਂ ਛੱਪੜ ਵਿੱਚ ਜਾ ਵੜਦੀਆਂ ਤੇ ਮਜ਼੍ਹਬੀਆਂ ਦੇ ਵਿਹੜੇ ਫੌਜੀ ਦੀ ਦੁਕਾਨ ਤੇ ਵੇਚ ਕੇ ਮਿੱਠੀਆਂ ਪਕੌੜੀਆਂ, ਮਖਾਣੇ ਅਤੇ ਪਤਾਸੇ ਖਾਂਦੇ। ਹੁਣ ਤਾਂ ਫੌਜੀ ਸ਼ਹਿਰੋਂ ਕਈ ਦਿਨਾਂ ਦੀ ਸੜੀ ਬੁਸੀ ਬੇਸਣ ਦੀ ਬਰਫੀ ਵੀ ਲਿਆ ਰੱਖਦਾ ਸੀ। ਇਹ ਖੇਡ ਤਾਂ ਵਾਹਵਾ ਮੱਘ ਗਈ। ਇੱਕ ਦਿਨ ਨੰਬਰਦਾਰਾਂ ਦੇ ਨਿੰਦਰ ਨੇ ਉਹਨਾਂ ਉੱਤੇ ਸ਼ੱਕ ਕੀਤੀ, ਤੁਸੀਂ ਕਪਾਹ ਦੇ ਨਾਲ ਮਾਲ ਲਾ ਕੇ ਕਪਾਹ ਝਾੜਦੇ ਹੋ ਏ। ਤੇ ਮਗਰੋਂ ਉਹ ਇਹ ਵੀ ਕਹਿ ਦਿੱਤਾ, ਨਾਲੇ ਕਿਸੇ ਜੱਟ ਤੋਂ ਜਾੜਾਂ ਤੇ ਹੂਰੇ ਖਾਓਗੇ, ਧਿਆਨ ਕਰ ਲੈ ਕੁਛ ਤੁਸੀਂ। ਹੌਲੀ ਹੌਲੀ ਉਹ ਇੰਨੇ ਗਿੱਝ ਗਏ ਕਿ ਖਾਓ ਪੀਏ ਤੋਂ ਬਾਅਦ ਲੋਕਾਂ ਦੀਆਂ ਕਪਾਹਾਂ ਚੁਗ ਲਿਆਉਂਦੇ। ਅਜੇ ਤੱਕ ਕਿਸੇ ਜੱਟ ਤੋਂ ਫੜੇ ਨਹੀਂ ਗਏ ਸਨ, ਕਿਉਂਕਿ ਥੋੜੀ ਚੋਰੀ ਕਰਦੇ ਸਨ। ਪਰ ਘਰ ਮਹਿੰਦਰੋਂ ਗੋਰੇ ਨੂੰ ਝੜਕਣ ਲੱਗ ਪਈ ਸੀ, ਤੂੰ ਅੱਧੀ ਰਾਤ ਤੱਕ ਕਿੱਥੇ ਧੱਕੇ ਖਾਨਾ ਵੇ? ਮੋੜ ਉੱਤੇ ਬੈਠੇ ਹੁੰਨੇ ਆ, ਹੋਰ ਧੱਕੇ ਖਾਨਾ ਮੈਂ ਖੂਹ 'ਚ? ਬੈਠੇ ਹੁੰਨੇ ਆ ਮੋੜ ਤੇ ਤੁਸੀਂ। ਤੂੰ ਆ ਸਮਝ ਜਾ, ਜਿੱਦੇ ਅਗਲਿਆਂ ਫੜ ਲੇ ਕੁੱਟ-ਕੁੱਟ ਕੇ ਜੱਟ ਲਾਂਗਾ ਕਰ ਦੇਣਗੇ। ਕਿਵੇਂ ਕਰ ਦੇਣਗੇ ਲਾਂਗਾ? ਗੋਰਾ ਜਿਹੜਾ ਪੀੜੀ ਤੇ ਬੈਠਾ ਤੱਤੇ ਪਾਣੀ ਨਾਲ ਹੱਥ ਪੈਰ ਧੋ ਰਿਹਾ ਸੀ, ਖਿੱਲ ਵਾਂਗ ਮੁੜਕਿਆ। ਗਿੰਦਰ ਪਸ਼ੂਆਂ ਨੂੰ ਪੱਠੇ ਪਾਉਂਦਾ ਫਿਰਦਾ ਸੀ। ਐਵੇਂ ਨਾ ਔਖੀ ਹੋ, ਮੁੰਡਾ ਤੇਰਾ ਹੁਣ ਗੱਭਰੂ ਹੋ ਗਿਆ, ਹੁਣ ਇਹਦਾ ਘੰਡ ਫੁੱਟਦਾ, ਜਵਾਨੀ ਚੜ੍ਹਦੀ ਐ। ਆਹ ਫੁੱਟਦਾ ਘੰਡ, ਨਾਲੇ ਇਹਦੇ ਗਬਰੂਟ ਪੁਣੇ ਦਾ ਕੋਈ ਚੰਦ ਚੜਿਆ ਲੈ। ਚੰਗਾ। ਗੋਰੇ ਨੇ ਪੀੜੀ ਤੋਂ ਉੱਠਦਿਆਂ ਆਨੇ ਕੱਢਦਿਆਂ ਮੂੰਹ ਚਿੱਬੜ ਵਰਗਾ ਕਰ ਲਿਆ। ਚੜਿਆ ਲੈ ਚੰਦ, ਆਪਦੀਆਂ ਮਾਰੀ ਜਾਊਗੀ ਬਾਹਲੀ ਸਿਆਣੀ। ਤੂੰ ਕੁਛ ਨਾ ਭਾਲ। ਗੋਰਾ ਤਾਂ ਜਵਾਨ ਲਹੂ ਵਾਂਗ ਮੱਚਦਾ ਬਾਹਰ ਨੂੰ ਤੁਰ ਗਿਆ। ਮਗਰੋਂ ਕਿੰਨਾ ਚਿਰ ਮਹਿੰਦਰੋਂ ਗਿੰਦਰ ਨੂੰ ਉਹਦੇ ਕੁਲਛਣਾਂ ਬਾਰੇ ਦੱਸਦੀ ਰਹੀ, ਪਰ ਗਿੰਦਰ ਨੇ ਅੱਗੋਂ ਕੰਨ ਮੁੱਢ ਮਾਰ ਛੱਡਿਆ। ਅਸਲ ਵਿੱਚ ਉਹਨੂੰ ਖੁਦ ਅਜਿਹੀਆਂ ਮਾੜੀਆਂ ਮੋਟੀਆਂ ਘਤੀਤਾਂ ਦੀ ਆਦਤ ਸੀ। ਦਿਨ ਦੇ ਛਪਾ ਨਾਲ ਗੁਆਂਢੀ ਖੇਤਾਂ ਵਿੱਚੋਂ ਸਰੋਂ ਦਾ ਸਾਗ ਤੋੜ ਲੈਣਾ, ਪੱਠੇ ਵੱਢ ਲੈਣੇ, ਹੋਰ ਜੋ ਵੀ ਚੀਜ਼ ਹੱਥ ਲੱਗਣੀ, ਕੱਛੇ ਮਾਰ ਤੁਰਨਾ। ਕਈ ਵਾਰ ਸ਼ਰੀਕਾਂ ਤੋਂ ਝੰਡ ਵੀ ਕਰਾਈ, ਪਰ ਰੱਸੇ ਚੱਬਣ ਦੀ ਆਦਤ ਨਹੀਂ ਜਾਂਦੀ ਸੀ। ਗਿੰਦਰ ਨੂੰ ਵਿਰਸੇ ਵਿੱਚੋਂ ਸਾਰਾ ਹੀ ਪੌਣਾ ਕਿੱਲਾ ਆਉਂਦਾ ਸੀ, ਪਰ ਫਿਰ ਵੀ ਉਹ ਜ਼ਮੀਨ ਬਟਾਈ ਠੇਕੇ ਉੱਤੇ ਲੈ ਕੇ ਗੱਡੀ ਰੇਹੜੀ ਰੱਖਦਾ। ਗੁਆਂਢ ਥੰਮਣ ਦੇ ਮੁੰਡਿਆਂ ਨੇ ਆਪਣੇ 2.5 ਕਿੱਲੇ ਵਿਲੇ ਲਾ ਦਿੱਤੇ ਸਨ। ਸਾਰੇ ਅਗਵਾੜ ਨੂੰ ਇਹ ਸਮਝ ਨਹੀਂ ਆਉਂਦੀ ਸੀ ਉਹਨਾਂ ਦੀ ਜ਼ਮੀਨ ਗਈ ਕਿੱਧਰ। ਉਹਨਾਂ ਨੂੰ ਕੋਈ ਭਾਰਾ ਐਬ ਵੈਲ ਵੀ ਨਹੀਂ ਸੀ, ਕੋਈ ਵਿਆਹ ਸਾਹਾ ਵੀ ਉਹਨਾਂ ਨੇ ਵਧੀਆ ਨਹੀਂ ਸੀ ਕੀਤਾ। ਇਹ ਦੇਖ ਕੇ ਗਿੰਦਰ ਉਹਨਾਂ ਨੂੰ ਆਪਣੇ ਆਪ ਤੋਂ ਵਧੀਆ ਸਮਝਦਾ, ਪਰ ਘਤਿੱਤ ਵਰਗੀ ਆਦਤ ਉਹਦੀ ਜਿਉਂ ਦੀ ਤਿਉਂ ਸੀ। ਐਤਕੀ ਹਾੜੀ ਬੀਜਣ ਤੋਂ ਮਗਰੋਂ ਜਦੋਂ ਅਜੇ ਕਣਕ ਨੂੰ ਪਹਿਲਾਂ ਹੀ ਪਾਣੀ ਲਾਉਣਾ ਸੀ ਤਾਂ ਗਿੰਦਰ ਦੇ ਇੰਜਣ ਦਾ ਪਟਾ ਘਸ ਕੇ ਟੁੱਟ ਗਿਆ। 10 ਵਜੇ ਰਾਤ ਨੂੰ ਗਿੰਦਰ ਮੋੜ ਉੱਤੇ ਬੈਠੇ ਮੁੰਡਿਆਂ ਕੋਲੋਂ ਉੱਠ ਕੇ ਆਇਆ। ਪੰਚਾਇਤ ਨੇ ਨਵੀਂ ਸਰਕਾਰ ਦੇ ਹੁਕਮ ਮੁਜਬ ਮੋੜਾਂ ਉੱਤੇ ਬਿਜਲੀ ਦੇ ਬਲਬ ਫਿੱਟ ਕਰਾਏ ਸਨ। ਮੰਡੀਰ ਚਾਨਣੇ ਅੱਧੀ ਰਾਤ ਤੱਕ ਹਾਸੜ ਪਾਉਂਦੀ ਰਹਿੰਦੀ। ਜਿਉਂ ਹੀ ਗਿੰਦਰ ਆਪਣੇ ਬਾਰ ਕੋਲ ਆਇਆ ਤਾਂ ਮਲਾਗਰ ਦੀ ਸਾਹਮਣੀ ਬੈਠਕ ਵਿੱਚੋਂ ਚਾਨਣ ਬਾਰੀਆਂ ਦੀਆਂ ਝੀਥਾਂ ਵਿੱਚ ਦੀ ਬਾਹਰ ਬੀਹੀ 'ਚ ਪੈ ਰਿਹਾ ਸੀ। ਪਾੜਾ ਕੋਈ ਗੀਤ ਗੁਣਗੁਣਾ ਰਿਹਾ ਸੀ। ਉਦੋਂ ਛੋਟਾ ਬਿਮਾਰੀ ਦਾ ਭੰਨਿਆ ਮੋੜ ਉੱਤੇ ਮੁਰਕੜੀ ਮਾਰੀ ਬੈਠਾ ਸੀ। ਇਹ ਵੇਖ ਕੇ ਗਿੰਦਰ ਨੇ ਮਨ 'ਚ ਫੁਰਨਾ ਪੁਰਿਆ ਤੇ ਮਨ ਚਾਂਬੜਾ ਪਾਉਣ ਲੱਗ ਪਿਆ। ਉਦੋਂ ਹੀ ਚੜ੍ਹਦੀ ਵਾਲੇ ਪਾਸਿਓਂ ਗਿੰਦਰ ਦੇ ਚਾਚੇ ਦਾ ਪੁੱਤ ਦੇਬੂ ਆ ਗਿਆ। ਬਿੰਦ ਝੱਟ ਉਹਦੇ ਨਾਲ ਗੱਲਾਂ ਮਾਰਦਾ ਰਿਹਾ। ਫਿਰ ਉਸ ਉੱਚੀ ਦੇ ਕੇ ਸੁਣਾ ਕੇ ਕਿਹਾ, ਚੰਗਾ ਬਾਈ ਫੱਕਰਾ, ਪੈਨੇ ਆ ਮੰਜੇ ਤੇ, ਸਾਰੀ ਦਿਹਾੜੀ ਹੱਡ ਹੱਬ ਜਾਂਦੇ ਆ। ਤੇ ਉਸ ਜ਼ੋਰ ਨਾਲ ਤਖਤਾ ਖੜਕਾ ਕੇ ਬਾਹਰ ਖੋਲਿਆ। ਬਿੰਦ ਕੋ ਅੰਦਰ ਬਾਹਰ ਖਲੋਤਾ ਰਿਹਾ। ਫਿਰ ਉਸ ਮੱਲ ਕੋ ਦੇ ਕੇ ਬਾਹਰ ਭੇੜਿਆ ਤਾਂ ਕਿ ਪਾੜਾ ਸਮਝੇ ਗਿੰਦਰ ਅੰਦਰ ਚਲਾ ਗਿਆ ਹੈ। ਪਰ ਬਾਹਰ ਨਿਕਲ ਕੇ ਟਾਹਲੀਆਂ ਵਾਲੇ ਸਾਧੂ ਦੇ ਸੁੰਨੇ ਘਰ ਵਿੱਚ ਦੀ ਢਹੀ ਹੋਈ ਕੰਧ ਟੱਪ ਕੇ ਮਲਾਗਰ ਦੇ ਸੁੰਨੇ ਘਰ ਜਾ ਵੜਿਆ। ਉਸ ਹਨੇਰੇ 'ਚ ਅੱਖਾਂ ਪਾੜ ਕੇ ਦਲਾਨ ਵੱਲ ਵੇਖਿਆ। ਬਾਹਰੋਂ ਫਿੜਕਾ ਲੱਗਿਆ ਹੋਇਆ ਸੀ। ਅੰਦਰੋਂ ਅਚਾਨਕ ਰੱਜੀ ਹੋਈ ਮੈਂ ਨੇ ਫਰਾਟਾ ਮਾਰਿਆ। ਗਿੰਦਰ ਧੰਦਕ ਗਿਆ। ਫੇਰ ਉਸ ਕਾਲੇ ਕਦਮੀ ਮਸ਼ੀਨ ਆਲੇ ਵਿੱਚੋਂ ਟੋਹ ਕੇ ਪਟਾ ਕੱਛ ਹੇਠ ਦੇ ਲਿਆ ਤੇ ਉਸੇ ਤਰ੍ਹਾਂ ਬਚਦਾ ਬਚਾਉਂਦਾ ਸਾਧੂ ਦੇ ਘਰ ਵਿੱਚ ਦੀ ਵੱਡੀ ਬੀਹੀ ਵਿੱਚ ਆ ਗਿਆ। ਜਿਉਂ ਹੀ ਉਹ ਥੰਮਣ ਦਾ ਬਾਰ ਟੱਪਿਆ ਤਾਂ ਮਲਾਗਰ ਦੀ ਬੀਹੀ ਵਾਲਾ ਬਾਰ ਖੜਕਿਆ। ਉਹਨੇ ਪੈਰ ਮਲਿਆ ਤੇ ਪਿਛਾਂਹ ਮੁੜਨ ਬਾਰੇ ਸੋਚਿਆ, ਪਰ ਉਦੋਂ ਨੂੰ ਪਾੜਾ ਬਾਰ ਵਿੱਚ ਆ ਗਿਆ ਸੀ। ਇੱਧਰਲੇ ਮੋੜ ਵਾਲੇ ਬਲਬ ਨਾਲ ਸਾਰੀ ਬੀਹੀ 'ਚ ਚਿੱਟਾ ਦਿਨ ਚੜਿਆ ਪਿਆ ਸੀ। ਉਸਨੇ ਚਿੱਤ 'ਚ ਪੰਚਾਇਤ ਨੂੰ ਮਾਂ ਦੀ ਗਾਲ ਕੱਢੀ ਤੇ ਇੱਕ ਪਾੜੇ ਨੂੰ।
ਜਿਹੜਾ ਬੇਮਤਲਬ ਹੀ ਬਾਰ ਖੋਲ੍ਹ ਲੈਂਦਾ ਸੀ। ਇਹਨਾਂ ਸੋਚਾਂ 'ਚ ਹੀ ਉਹ ਸਹਿਮਿਆ ਜਿਹਾ ਆਪਣੀ ਕੰਧ ਨਾਲ ਲੱਗਿਆ ਤੁਰਿਆ ਗਿਆ। ਪਾੜਾ ਉਹਦੇ ਵੱਲ ਧਿਆਨ ਗੱਡੀ ਦੇਖ ਰਿਹਾ ਸੀ, ਪਰ ਬੋਲਿਆ ਕੁਝ ਨਹੀਂ। ਗਿੰਦਰ ਨੇ ਅੰਦਰ ਵੜ ਕੇ ਪਟਾ ਤਖਤੇ ਨਾਲ ਹੀ ਰੱਖ ਦਿੱਤਾ। ਪਤਾ ਨਹੀਂ ਉਹਦੇ ਮਨ ਵਿੱਚ ਕੀ ਆਈ। ਅਗਾਂਹ ਲੰਘਣ ਦੀ ਥਾਂ ਉਹ ਬਾਹਰ ਬੀਹੀ ਵਿੱਚ ਮੁੜ ਆਇਆ ਤੇ ਆਪ ਮੁਹਾਰਾ ਹੀ ਬੋਲ ਪਿਆ, ਪੰਚਾਇਤ ਨੇ ਯਾਰ ਲਾਟੂ ਕਾਹਦੇ ਲਾਏ ਐ? ਸਾਨੂੰ ਤਾਂ ਜੂਨ ਕਰਨੀ ਔਖੀ ਹੋਈ ਪਈ ਐ। ਕਿਉਂ? ਬੜਵਾਂ ਵਾਲੀ ਗੱਲ ਤਾਂ ਵਧੀਆ ਐ, ਰਾਤ ਨੂੰ ਚਾਨਣ ਰਹਿੰਦਾ ਹੈ। ਅਸੀਂ ਚਾਨਣ ਨੂੰ ਥੇਲੀ ਤੇ ਰੱਖ ਕੇ ਚੱਟਣਾ ਹੈ। ਆਹ ਹੁਣ ਜੰਗੀਰ ਸ਼ੀਂਬੇ ਕਿਉਂ ਗੁੜ ਲਿਆਇਆ ਧੜੀ, ਦਾਰੂ ਪਾਉਣ ਵਾਲਾ। ਲੋਹੜੀ ਆਉਂਦੀ ਆ ਮੂਹਰੇ, ਜਵਾਕਾਂ ਦਾ ਮੇਲਾ ਬਣਾਉਣਾ। ਬਿੰਦ ਕੋ ਰੁਕ ਕੇ ਉਹ ਫਿਰ ਬੋਲਿਆ, ਹੁਣੇ ਹੀ ਫੜਾ ਕੇ ਆਉਣਾ ਕੰਜਰ ਦੇ ਪੀਪੇ ਥਾਮਣ ਨੂੰ। ਇੱਧਰਲੇ ਮੋੜ ਤੇ ਲਾਟੂ ਜਗੀ ਜਾਂਦਾ, ਊਂ ਚਿੱਟਾ ਦਿਨ ਬਣਿਆ ਪਿਆ। ਇੱਧਰ ਚਾਨਣੇ ਸਾਲੀ ਮੰਡੀਰ ਹਿੜ ਕਰੀ ਜਾਂਦੀ ਐ। ਦੱਸ, ਸਾਨੂੰ ਤਾਂ ਸਿਆਪਾ ਖੜਾ ਕਰਤਾ। ਤੂੰ ਲਾਲ ਕੀ ਬੀਹੀ ਉੱਠ ਜਾ, ਇੱਧਰ ਦੀ ਤਾਂ 20 ਰਾਹ 'ਚ ਟੱਕਰਨਗੇ, ਐਵੇਂ ਸ਼ੱਕ ਹੁੰਦਾ ਫਿਰੂ। ਪਾੜੇ ਨੇ ਬਿੰਦ ਝੱਟ ਉਸ ਨਾਲ ਹਮਦਰਦੀ ਭਰੀਆਂ ਗੱਲਾਂ ਕੀਤੀਆਂ। ਫੇਰ ਉਹ ਬਾਰ ਬੰਦ ਕਰਕੇ ਅੰਦਰ ਚਲਾ ਗਿਆ। ਗਿੰਦਰ ਦਿਖਾਵੇ ਵਜੋਂ ਥੋੜਾ ਚਿਰ ਉੱਥੇ ਬੈਠਾ ਰਿਹਾ। ਦੂਜੇ ਦਿਨ ਪਟਾ ਗੁੰਮ ਹੋਣ ਬਾਰੇ ਘਰ ਵਿੱਚ ਰੌਲਾ ਪਿਆ। ਪਾੜੇ ਦੇ ਭੜਕ ਦੇ ਕੇ ਕੰਨ ਖੁੱਲ੍ਹ ਗਏ। ਉਸ ਸਿਆਣਪ ਅਨੁਸਾਰ ਪਹਿਲਾਂ ਦੁਕਾਨ ਤੋਂ ਪਤਾ ਕੀਤਾ ਕਿ ਰਾਤ ਦੀ ਗੱਲ ਤਾਂ ਛੱਡੋ, ਮਹੀਨੇ ਤੋਂ ਕੋਈ ਚੀਜ਼ ਨਹੀਂ ਗਈ ਉਹਨਾਂ ਦੇ। ਉਹਨੇ ਗਿੰਦਰ ਨਾਲ ਅੰਦਰ ਵੜ ਕੇ ਗੱਲ ਕੀਤੀ, ਪਰ ਉਹ ਅੱਗੋਂ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਤੇ ਆਖੀ ਜਾਵੇ, ਮੈਂ ਤਾਂ ਗੁੜ ਲਿਆਇਆ। ਦੁਕਾਨਦਾਰ ਨੇ ਵੀ ਕਹਿ ਦਿੱਤਾ, ਅਸੀਂ ਗੁੜ ਨਹੀਂ ਦਿੱਤਾ। ਪਾੜਾ ਤਾਂ ਇੰਨੀ ਕਹਿ ਕੇ ਤੁਰ ਗਿਆ, ਚੰਗਾ ਤੇਰੀ ਮਰਜ਼ੀ, ਗੁਆਂਢ ਮੱਥੇ ਵਿਗਾੜ ਪਿਆ ਮਾੜਾ ਹੀ ਹੁੰਦਾ। ਮਗਰੋਂ ਮਹਿੰਦਰੋਂ ਨੇ ਉਹਨੂੰ ਤੱਤੀ ਆਵਾਜ਼ 'ਚ ਸਮਝਾਇਆ ਤੇ ਉਸ ਰਾਤ ਗਿੱਦੜ ਪਟਾ ਉਹਨਾਂ ਦੇ ਘਰ ਸੁੱਟ ਆਇਆ। ਗੋਰਾ ਇਸ ਵਾਰਦਾਤ 'ਚ ਨਾਲ ਸੀ, ਸੋ ਗੋਰੇ ਦਾ ਝੱਕ ਖੁੱਲ੍ਹਦਾ ਗਿਆ। ਸਿਆਲ ਨਿਕਲੇ ਤੋਂ ਮਗਰੋਂ ਸਿਆਪਾ ਖੜਾ ਹੋ ਗਿਆ। ਗੋਰਾ ਹੁਣ ਤੱਕ ਵਾਹਵਾ ਲੰਡੋਰ ਹੋ ਚੁੱਕਾ ਸੀ। ਉਹਨਾਂ ਦੀ ਢਾਣੀ ਵਿੱਚ ਕਲਕੱਤੇ ਵਾਲਿਆਂ ਦਾ ਲਮਤੋਤਰ ਜਿਹਾ ਭਿੰਦਰ ਰਲ ਗਿਆ ਸੀ। ਵਿਸਾਖ ਚੜ੍ਹਨ ਤੇ ਵੀ ਪਾੜਾ ਅਜੇ ਜ਼ੋਰਾਂ ਉੱਤੇ ਸੀ। ਸਾਰੇ ਖੇਤ ਬਿਜਾਦ ਹੋ ਜਾਣ ਕਾਰਨ ਗੋਰੇ ਹੋਰੀ ਮੱਝਾਂ ਪਿੰਡ ਦੀਆਂ ਨਿਆਈਆਂ ਵਿੱਚ ਜਾਂ ਰਾਹਾਂ ਉੱਤੇ ਉੱਗੇ ਮਾੜੇ ਮੋਟੇ ਘਾਹ ਉੱਤੇ ਟਿਕਾਈ ਰੱਖਦੇ। ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਸਨ। ਸਕੂਲ ਦੇ ਗਰਾਊਂਡਾਂ ਵਿੱਚ ਭਾਵੇਂ ਇੰਨਾ ਘਾਹ ਨਹੀਂ ਸੀ, ਪਰ ਗੋਰੇ ਹੋਰਾਂ ਉੱਥੇ ਮਾਲ ਲਿਜਾ ਵਾੜਿਆ। ਪਹਿਲੇ ਦਿਨ ਤਾਂ ਉਹਨਾਂ ਫੁੱਲ ਬੂਟਿਆਂ ਦਾ ਨਾਸ ਪੁੱਟਿਆ। ਦੂਜੇ ਦਿਨ ਉਹਨਾਂ ਨੇ ਕਮਰੇ ਦੀ ਇੱਕ ਕਿਤੇ ਖੁੱਲ੍ਹੀ ਰਹਿ ਗਈ ਵਾਰੀ ਵਿਚਦੀ ਵੇਖਿਆ। ਕਮਰੇ ਦੇ ਦਰਵਾਜ਼ੇ ਮੂਹਰੇ ਵੱਡਾ ਮੇਜ਼ ਹੀ ਲਾਇਆ ਹੋਇਆ ਸੀ। ਲਮਤੋਤਰ ਭਿੰਦਰ ਨੇ ਧੱਕਾ ਮਾਰਿਆ, ਤਖਤੇ ਮਾੜਾ ਜਿਹਾ ਯਰਕੇ। ਫੇਰ ਜਦੋਂ ਉਹਨਾਂ ਸਹਿੰਦੇ ਜ਼ੋਰ ਨਾਲ ਤਖਤਿਆਂ ਨੂੰ ਧੱਕਿਆ ਤਾਂ ਮੇਜ਼ ਪਿੱਛੇ ਹਟ ਗਿਆ। ਅੰਦਰ ਵੜਨ ਤੋਂ ਪਹਿਲਾਂ ਉਹਨਾਂ ਆਲਾ ਦੁਆਲਾ ਤਾੜਿਆ, ਨੇੜੇ ਕੋਈ ਨਹੀਂ ਸੀ। ਅਲਮਾਰੀ ਵਿੱਚੋਂ ਉਹਨਾਂ ਗੁੜ ਅਤੇ ਭੁੱਜੇ ਹੋਏ ਦਾਣੇ ਕੱਢ ਲਏ ਤੇ ਤਿੰਨੇ ਚਾਰੇ ਅਲਮਾਰੀ ਮੂਹਰੇ ਖੜੋ ਕੇ ਹੀ ਦਾਣਿਆਂ ਦੇ ਫੱਕੇ ਮਾਰਨ ਲੱਗ ਪਏ। ਕੰਜਰ ਦਿਓ, ਜੇ ਕੋਈ ਉੱਤੇ ਆ ਗਿਆ। ਗੋਰੇ ਨੇ ਗੁੜ ਉੱਤੇ ਦੰਦੀ ਵੱਢਦਿਆਂ ਕਿਹਾ, ਵੇਖੀ ਜਾਊ, ਉਹ ਉਦੋਂ ਸੋਚਾਂਗੇ। ਲਮਤੋਤਰ ਨੇ ਬੋਤੇ ਵਾਂਗ ਬੇਪਰਵਾਹੀ ਨਾਲ ਉੱਤਰ ਦਿੱਤਾ। ਦਾਣਿਆਂ ਦੇ ਫੱਕੇ ਮਾਰਦੇ ਤੇ ਗੁੜ 'ਚ ਬੋਲਦੇ ਉਹ ਮੇਲੇ ਆਈ ਢਾਣੀ ਵਾਂਗ ਲਾਚੜ ਰਹੇ ਸਨ। ਮਗਰੋਂ ਉਹਨਾਂ ਸੁੱਕੇ ਦੁੱਧ ਦੇ ਡੱਬੇ ਕੱਛੇ ਮਾਰ ਲਏ। ਫੇਰ ਜੋ ਵੀ ਉਹਨਾਂ ਦੇ ਹੱਥ ਆਇਆ ਉਹ ਸਭ ਕੁਝ ਉੱਥੋਂ ਖਿੱਚ ਤੁਰੇ। ਜਿੱਦਾਂ ਸਕੂਲ ਖੁੱਲ੍ਹਿਆ ਸਾਰਾ ਹੀ ਭਾਂਡਾ ਫੁੱਟ ਗਿਆ। ਕਮਰਿਆਂ ਵਿੱਚ ਇਉਂ ਖੌਰੂ ਪਾਇਆ ਹੋਇਆ ਸੀ ਜਿਵੇਂ ਇੱਥੇ ਗਿੱਦੜ ਮਾਰ ਬੈਠੇ ਹੋਣ। ਫੇਰ ਜਦੋਂ ਪਿੰਡ ਦੀ ਪੰਚਾਇਤ ਨੂੰ ਸੱਦ ਕੇ ਪੜਤਾਲ ਹੋਈ ਤਾਂ ਪਸ਼ੂ ਚਾਰਨ ਵਾਲੇ ਮੁੰਡੇ ਨੰਗੇ ਹੋ ਗਏ। ਅਧਿਆਪਕ ਤਾਂ ਅਜੇ ਇਸ ਮਸਲੇ ਬਾਰੇ ਕਚੀਰਾ ਹੀ ਕਰ ਰਹੇ ਸਨ। ਸਰਪੰਚ ਨੇ ਗੜਕੇ ਨਾਲ ਆਖਿਆ, ਇਉਂ ਨਹੀਂ ਜੀ ਕਹਾਣੀ ਫਿੱਟ ਬੈਠਣੀ। ਇਹਨਾਂ ਨੇ ਕਈ ਐਤਵਾਰ ਸੁੱਕੇ ਲੰਘਾਏ ਐ। ਤੁਸੀਂ ਹੁਣ ਕੇਰਾਂ ਸਾਨੂੰ ਤਾਣੀ ਨਹਿਬ ਹੀ ਲੈਣ ਦਿਓ। ਪੁਲਿਸ ਲਿਆ ਕੇ ਉਹਨਾਂ ਚਿਗਨਟ ਤਿਤਲੀ ਅਤੇ ਲਮਤੋਤਰ ਭਿੰਦਰ ਨੂੰ ਫੜ ਲਿਆ। ਗੋਰਾ ਖੇਤ ਸੀ। ਜਦੋਂ ਉਹਨੂੰ ਕੱਦੂ ਨੇ ਦੱਸਿਆ, ਉਹ ਮੈਲੇ ਲੀੜੀ ਨਾਨਕਿਆਂ ਨੂੰ ਨੱਠ ਗਿਆ। ਉਧਰ ਉਹ ਤਿੰਨੇ ਝਾਕ ਰਹੇ ਸਨ। ਉਹਨਾਂ ਦੀ ਜਵਾਬ ਤਲਬੀ ਹੋਣ ਲੱਗੀ ਤਾਂ ਥਾਣੇਦਾਰ ਨੇ ਵਡਿਆਉਂਦਿਆਂ ਪੁੱਛਿਆ, ਤੁਸੀਂ ਬਈ ਸਕੂਲ 'ਚ ਕੀ ਕਰਨ ਗਏ ਸੀ? ਅਸੀਂ ਤਾਂ ਜੀ ਬੜੇ ਹੀ ਨਹੀਂ, ਭਿੰਦਰ ਨੇ ਪੱਗ ਦਾ ਲੜ ਮੂੰਹ 'ਚ ਚੱਬਦਿਆਂ ਕਿਹਾ। ਨਾ ਉੱਥੇ ਹੋਰ ਤੁਹਾਡਾ ਬੁੜਾ ਕਲਕੱਤਿਓਂ ਆ ਕੇ ਖੌਰੂ ਪਾ ਗਿਆ। ਸਰਪੰਚ ਨੇ ਜਦ ਇਹ ਗੱਲ ਕਰਾਰ ਜਿਹੇ ਨਾਲ ਆਖੀ ਤਾਂ ਕੋਲ ਬੈਠੇ ਬੰਦੇ ਹੀ ਕਰਕੇ ਹੱਸ ਪਏ। ਕਿੰਨਾ ਚਿਰ ਸਿਰ ਖਪਾਈ ਤੋਂ ਬਾਅਦ ਜਦੋਂ ਉਹ ਪਲੋਸੇ ਨਾ ਹੀ ਸੂਤ ਆਏ, ਥਾਣੇਦਾਰ ਬੋਲਿਆ, ਹੁਣ ਫੇਰ ਸਰਪੰਚ ਸਾਹਿਬ ਕੀ ਇਲਾਜ ਬਣਾਈਏ? ਹੁਣ ਫੇਰ ਕੀ? ਸਰਪੰਚ ਨੇ ਰਫਲ ਦੋਹਾਂ ਹੱਥਾਂ ਵਿੱਚ ਫੜ ਕੇ ਗੋਡਿਆਂ ਦੇ ਵਿਚਾਲੇ ਰੱਖਦਿਆਂ ਆਖਿਆ,
ਢਾਲੋ, ਜਿੰਨਾ ਚਿਰ ਮੰਨਦੇ ਨਹੀਂ ਕੁੱਟ-ਕੁੱਟ ਬੂੰਦੀ ਬਣਾ ਦਿਓ। ਬਹੁਤੇ ਬੰਦੇ ਸਰਪੰਚ ਦੀ ਗੱਲ ਤੇ ਹੱਸ ਪਏ। ਸਰਪੰਚ ਨੇ ਬੰਦਿਆਂ ਵੱਲ ਝਾਕਦਿਆਂ ਤੇ ਐਵੇਂ ਹੀ ਚਾਦਰਾ ਸੂਤ ਜਿਹਾ ਕਰਕੇ ਪੱਟਾਂ ਵਿਚਾਲੇ ਦਿੰਦਿਆਂ ਅੱਖਾਂ ਚੜਾ ਕੇ ਆਖਿਆ, ਹਾਈ ਯਾਰ, ਐ ਤਾਂ ਇਹਨਾਂ ਨੇ ਥੜੇ ਥੋ ਨਹੀਂ ਲੱਗਣ ਦੇਣਾ, ਨਾਲੇ ਕੱਲ ਨੂੰ ਹੋਰ ਨਹੀਂ ਤਾਂ ਬਿਰਲਾ ਚੂੜਾ ਹੀ ਉੱਥੇ ਜਾ ਵੜੂ। ਪਹਿਲਾਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ। ਤੇਲੂ ਦੇ ਬਾਪੂ ਨੇ ਗੜਕੇ ਨਾਲ ਕਿਹਾ, ਬਈ ਕੰਜਰ ਦਿਓ ਪੁੱਤੋ, ਜੇ ਰਾਖੇ ਹੀ ਉੱਠ ਕੇ ਫਸਲ ਨੂੰ ਚਿੰਬੜ ਗਏ ਫੇਰ ਤਾਂ ਸਰਿਆ ਹੀ ਪਿਆ। ਸਿਪਾਹੀ ਉੱਠ ਕੇ ਮੁੰਡਿਆਂ ਦੇ ਦੁਆਲੇ ਹੋ ਗਏ। ਜਦੋਂ ਉਹਨਾਂ ਦੇ 4-4 ਡੰਡੇ ਉੱਤੇ ਵਰੇ ਤਾਂ ਉਹ ਕੰਬਣ ਤੇ ਚੀਕਾਂ ਮਾਰਨ ਲੱਗ ਪਏ। ਮਗਰੋਂ ਉਹਨਾਂ ਸਾਰਾ ਕੁਝ ਪੁੱਟ-ਪੁੱਟ ਦੱਸ ਦਿੱਤਾ ਤੇ ਮਗਰੋਂ ਸਹਿੰਦਾ ਜਿਹਾ ਖਰਚਾ ਮੁੰਡਿਆਂ ਦੇ ਘਰਦਿਆਂ ਨੂੰ ਪਾ ਦਿੱਤਾ। ਬਹੁਤਿਆਂ ਦਾ ਖਿਆਲ ਸੀ ਕਿ ਘਰਦਿਆਂ ਦਾ ਇਹਦੇ ਵਿੱਚ ਕੀ ਕਸੂਰ ਹੈ, ਜਦੋਂ ਕਿਸੇ ਦੀ ਔਲਾਦ ਹੀ ਚੰਦਰੀ ਹੋਵੇ। ਨਾਲ ਜਵਾਕ ਦੱਸਦੇ ਥੋੜ੍ਹੇ ਐ ਬਈ ਬਾਹਰ ਕੀ ਚੰਦ ਚੜਾ ਕੇ ਆਏ ਐ। ਇਦੂ ਮਗਰੋਂ ਗੋਰਾ ਤਾਂ ਕਈ ਦਿਨ ਨਾਨਕਿਆਂ ਤੋਂ ਹੀ ਨਾ ਮੁੜਿਆ। ਪਸ਼ੂ ਚਾਰਨੇ ਬੰਦ ਹੋ ਗਏ। ਪੰਚਾਇਤ ਨੇ ਹੋਕਾ ਦੇ ਦਿੱਤਾ, ਜਿਹੜਾ ਵੀ ਸਕੂਲ ਲਾਗੇ ਮੱਝਾਂ ਲਈ ਫਿਰਦਾ ਦੇਖ ਲਿਆ ਉਹਨੂੰ 50 ਰੁਪਏ ਜੁਰਮਾਨਾ ਕੀਤਾ ਜਾਊ। ਤੇਲੂ ਦੇ ਬਾਪੂ ਨੇ ਗਿੰਦਰ ਨੂੰ ਸਮਝਾਇਆ, ਤੂੰ ਉਹਦੇ ਹੁਣੇ ਹੀ ਨੱਥ ਪਾ ਗਿੰਦਰ ਸਿਆਂ, ਨਹੀਂ ਔਖਾ ਹੋਏਗਾ। ਪਹਿਲਾਂ ਚੂੜਿਆਂ ਦੇ ਮੁੰਡੇ ਨਾਲ ਇਹਦੀ ਆੜੀ ਕਾਹਤੋਂ ਐ? ਉਹਨਾਂ ਸਾਰੇ ਗਿੱਟਲਾਂ ਨੇ ਰੂੜੀਆਂ ਤੇ ਫਿਰਨਾ, ਖਾਲੀ ਟਿੰਡਾਂ ਵਜਾਉਣੀਆਂ। ਜੱਟ ਦਾ ਚੂੜੇ ਨਾਲ ਮੇਲ ਹੀ ਕੀ ਐ? ਕੋਈ ਨਹੀਂ ਚਾਚਾ, ਵੱਢਦੇ ਆ ਫਾਹਾ ਇਹਦਾ। ਇੱਥੇ ਤਾਂ ਮੰਡੀਰ ਨਾਲ ਰਲ ਕੇ ਬਾਹਲਾ ਵਹਿਲ ਬਣਦਾ ਜਾਂਦਾ। ਆਹੋ ਆਹੋ, ਤੇਲੂ ਦਾ ਬਾਪੂ ਖੇਤ ਵੱਲ ਜਾਂਦਾ ਹੋਇਆ ਬੋਲਿਆ, ਜੇ ਹੁਣੇ ਹੀ ਕੋਈ ਉੱਤਾ ਵਾਚ ਲੇਗਾ ਤਾਂ 20 ਰਹੇਗਾ, ਨਹੀਂ ਫਿਰ ਗੁਆਂਢੀਆਂ ਵਾਲਾ ਹਾਲ ਤਾਂ ਹੋਇਆ ਹੀ ਲੈ। ਉਹਨਾਂ ਨੇ ਮੇਰੇ ਸਾਲਿਆਂ ਨੇ ਜ਼ਮੀਨ 4 ਵਰਿਆਂ 'ਚ ਜਮ੍ਹਾਂ ਫੂਕਤੀ। ਐਨ ਕੇਰਾ ਬਣਾ ਕੇ ਪਤਿਓਰਿਆਂ ਨੇ ਫੱਟੀ ਪੋਚੀ ਐ। ਬਾਈ ਕੁੜਬ ਕਬੀਲਾ ਗਾਂ ਯਾਦ ਰੱਖੂ। ਤੇ ਕਹਿੰਦਾ ਉਹ ਅਗਾਂਹ ਨਿਕਲ ਗਿਆ। ਇਸ ਕਾਂਡ ਦਾ ਪਾਠ ਕਰਨ ਤੋਂ ਬਾਅਦ ਵਿਦਿਆਰਥੀਓ ਸਾਡੇ ਸਾਹਮਣੇ ਇੱਕ ਗੱਲ ਆਉਂਦੀ ਹੈ ਕਿ ਬੱਚੇ ਉਹਨਾਂ ਦੇ ਮਾਪਿਆਂ ਦੀ ਪੈਦਾਇਸ਼ ਹੁੰਦੇ ਹਨ ਅਤੇ ਉਹਨਾਂ ਦਾ ਵਿਵਹਾਰ ਅਤੇ ਉਹਨਾਂ ਦੀ ਸੋਚ ਵੀ ਮਾਪਿਆਂ ਦੇ ਅਨੁਸਾਰ ਹੀ ਬਣਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬੱਚੇ ਮਾਪਿਆਂ ਦੀ ਕਾਪੀ ਕਰਦੇ ਹਨ। ਇਸ ਨਾਵਲ ਦੇ ਵਿਸ਼ਾ ਵਸਤੂ ਵਿੱਚੋਂ ਇੱਕ ਗੱਲ ਅਸੀਂ ਇਹ ਵੀ ਦੇਖਦੇ ਹਾਂ ਕਿ ਗਿੰਦਰ ਆਪਣੇ ਪੁੱਤਰ ਗੋਰੇ ਦੇ ਅਜਿਹੇ ਸੁਭਾਅ ਲਈ ਖੁਦ ਜ਼ਿੰਮੇਵਾਰ ਹੈ। ਜਲਦੀ ਹੀ ਅਗਲੇ ਕਾਂਡ ਦੀ ਆਡੀਓ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ। ਬਹੁਤ ਬਹੁਤ ਧੰਨਵਾਦ।